ਹੈਲੋ ਸਟੂਡੈਂਟਸ, ਪ੍ਰੋਗਰਾਮਿੰਗ ਯੂਜ਼ਿੰਗ ਸੀ ਦੀ ਵੀਡੀਓ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸੀ ਦੇ ਕੁਝ ਬੇਸਿਕ ਕਨਸੈਪਟਸ ਕੌਨਸਟੈਂਟ ਵੇਰੀਏਬਲ ਐਂਡ ਕੀਵਰਡਸ ਨੂੰ ਸਟੱਡੀ ਕਰਾਂਗੇ। ਕਿਸੇ ਵੀ ਲੈਂਗੁਏਜ ਨੂੰ ਸਿੱਖਣ ਦਾ ਇੱਕ ਪ੍ਰੋਸੈਸ ਹੁੰਦਾ ਹੈ। ਫੋਰ ਐਗਜ਼ਾਮਪਲ ਅਸੀਂ ਇੰਗਲਿਸ਼ ਲੈਂਗੁਏਜ ਨੂੰ ਕਿੱਦਾਂ ਸਿੱਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਉਸ ਲੈਂਗੁਏਜ ਦੇ ਜੋ ਲੈਟਰਸ ਨੇ, ਅਲਫਾਬੈਟਸ ਨੇ, ਉਸ ਨੂੰ ਪੜ੍ਹਦੇ ਹਾਂ। ਉਹਨਾਂ ਲੈਟਰਸ ਨੂੰ ਜੋੜ ਕੇ ਅਸੀਂ ਵਰਡਸ ਕ੍ਰੀਏਟ ਕਰਦੇ ਹਾਂ, ਜਿਵੇਂ CAR, ਕਾਰ, BUS, ਬਸ। ਦੈਨ ਇਹਨਾਂ ਵਰਡਸ ਤੋਂ ਅਸੀਂ ਸੈਂਟੈਂਸਿਸ ਕ੍ਰੀਏਟ ਕਰਦੇ ਹਾਂ। ਸੈਂਟੈਂਸਿਸ ਤੋਂ ਬਾਅਦ ਅਸੀਂ ਪੈਰਾਗ੍ਰਾਫ ਬਣਾਉਂਦੇ ਹਾਂ। ਪੰਜਾਬੀ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਉਹਦੀ ਵਰਣਮਾਲਾ ਸਿੱਖਦੇ ਹਾਂ, ਊੜਾ ਐੜਾ ਸਿੱਖਦੇ ਹਾਂ, ਫਿਰ ਸ਼ਬਦ ਬਣਾਉਂਦੇ ਹਾਂ, ਲਫ਼ਜ਼ ਬਣਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਵਾਕ ਬਣਾਉਂਦੇ ਹਾਂ, ਵਾਕ ਤੋਂ ਬਾਅਦ ਪੈਰਾਗ੍ਰਾਫ ਬਣਾਉਂਦੇ ਹਾਂ। ਸੀ ਨੂੰ ਵੀ ਕੁਝ ਅਸੀਂ ਇਸੇ ਤਰ੍ਹਾਂ ਹੀ ਸਿੱਖਾਂਗੇ। ਸਭ ਤੋਂ ਪਹਿਲਾਂ ਜੋ ਸੀ ਦੇ ਅਲਫਾਬੈਟਸ ਹੋਣਗੇ, ਜਿਸ ਨੂੰ ਅਸੀਂ ਕਰੈਕਟਰ ਸੈੱਟ ਕਹਿੰਦੇ ਹਾਂ, ਉਹਦੇ ਵਿੱਚ ਕੀ ਹੋਏਗਾ, ਅਲਫਾਬੈਟਸ, ਡਿਜਿਟ ਅਤੇ ਸਪੈਸ਼ਲ ਸਿੰਬਲਸ, ਉਸ ਨੂੰ ਸਿੱਖਾਂਗੇ। ਦੈਨ ਉਹਨਾਂ ਤੋਂ ਅਸੀਂ ਵਰਡਸ ਬਣਾਵਾਂਗੇ, ਜਿਸ ਨੂੰ ਅਸੀਂ ਸੀ ਦੇ ਵਿੱਚ 3 ਕੈਟਾਗਰੀ ਦੇ ਵਿੱਚ ਡਿਵਾਈਡ ਕਰਦੇ ਹਾਂ, ਕੌਨਸਟੈਂਟ, ਵੇਰੀਏਬਲਸ ਐਂਡ ਕੀਵਰਡਸ। ਇਹਨਾਂ ਦੇ ਕੰਬੀਨੇਸ਼ਨ ਤੋਂ ਅਸੀਂ ਇੰਸਟਰਕਸ਼ਨਸ ਬਣਾਵਾਂਗੇ। ਇੰਸਟਰਕਸ਼ਨ ਤੋਂ ਅਸੀਂ ਆਪਣਾ ਪ੍ਰੋਗਰਾਮ ਕ੍ਰੀਏਟ ਕਰਾਂਗੇ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਪ੍ਰੋਗਰਾਮ ਕੀ ਆ, ਸੈੱਟ ਆਫ ਇੰਸਟਰਕਸ਼ਨਸ ਟੂ ਪਰਫਾਰਮ ਏ ਸਪੈਸੀਫਿਕ ਟਾਸਕ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੈਕਟਰ ਸੈੱਟ ਦੀ। ਸੀ ਦੇ ਵਿੱਚ ਕਿਹੜੇ ਕਿਹੜੇ ਕਰੈਕਟਰਸ ਹੁੰਦੇ ਆ। ਨੰਬਰ 1, ਅਲਫਾਬੈਟਸ, ਕੈਪੀਟਲ ABC ਅਤੇ ਸਮਾਲ ABC ਦੋਨੋਂ ਹੀ ਇਹਦੇ ਵਿੱਚ ਹੁੰਦੇ ਆ, ਅਤੇ ਦੋਨਾਂ ਦਾ ਹੀ ਡਿਫਰੈਂਟ ਮਤਲਬ ਹੁੰਦਾ ਹੈ। ਕੈਪੀਟਲ A ਦਾ ਆਪਣਾ ਮਤਲਬ ਹੈ, ਸਮਾਲ A ਦਾ ਆਪਣਾ ਮਤਲਬ ਹੈ। ਇਹ ਸੇਮ ਨਹੀਂ ਹੈ। ਸੀ ਇੱਕ ਸਟਰੋਂਗ ਟਾਈਪ ਲੈਂਗੁਏਜ ਹੈ, ਮਤਲਬ ਕਿ ਜਿੱਥੇ ਮੈਂ ਸਮਾਲ A ਲਿਖਣਾ ਹੈ ਉੱਥੇ ਸਮਾਲ A ਲਿਖਾਂਗਾ, ਕੈਪੀਟਲ A ਨਹੀਂ ਲਿਖ ਸਕਦਾ, ਉਹ ਗਲਤ ਹੋਏਗਾ, ਸਿੰਟੈਕਸ ਐਰਰ ਹੋਏਗਾ। ਨੈਕਸਟ, ਡਿਜਿਟਸ 0 ਤੋਂ ਲੈ ਕੇ 9 ਤੱਕ ਅਸੀਂ ਸੀ ਦੇ ਕਰੈਕਟਰ ਸੈੱਟ ਵਿੱਚ ਆਉਂਦੇ ਹਾਂ, ਯੂਜ਼ ਕਰਦੇ ਹਾਂ। ਦੈਨ ਸਪੈਸ਼ਲ ਸਿੰਬਲਸ ਕੀ ਹੁੰਦੇ ਨੇ ਕਿ ਜਿਵੇਂ ਪਲੱਸ, ਸਾਡਾ ਪਲੱਸ ਦਾ ਮਤਲਬ ਅਸੀਂ ਐਡੀਸ਼ਨ ਕਰਨ ਲਈ ਇਹ ਸਿੰਬਲ ਯੂਜ਼ ਕਰਾਂਗੇ, ਮਾਈਨਸ ਯੂਜ਼ ਕਰਾਂਗੇ ਸਬਸਟ੍ਰੈਕਸ਼ਨ ਕਰਨ ਦੇ ਲਈ, ਅਸੀਂ ਇਕੁਅਲ ਟੂ ਨੂੰ ਯੂਜ਼ ਕਰਦੇ ਹਾਂ ਅਸਾਈਨ ਕਰਨ ਦੇ ਲਈ। ਐਵੇਂ ਹੀ ਹਰ ਸਿੰਬਲ ਦਾ ਆਪਣਾ ਮੀਨਿੰਗ ਹੋਏਗਾ ਇਨ ਸੀ ਲੈਂਗੁਏਜ ਦੇ ਵਿੱਚ ਉਹਦਾ ਆਪਣਾ ਸਪੈਸ਼ਲ ਮਤਲਬ ਹੋਏਗਾ। ਕਰੈਕਟਰ ਸੈੱਟ ਨੂੰ ਸਮਝਣ ਤੋਂ ਬਾਅਦ ਅਸੀਂ ਪ੍ਰੋਗਰਾਮਿੰਗ ਦੇ ਨੈਕਸਟ ਸਟੈਪ 'ਤੇ ਚੱਲਦੇ ਹਾਂ, ਜੋ ਕਿ ਉਸ ਕਰੈਕਟਰ ਸੈੱਟ ਨੂੰ ਕੰਬਾਈਨ ਕਰਕੇ ਵਰਡਸ ਕ੍ਰੀਏਟ ਕਰਨਾ, ਜਿਨ੍ਹਾਂ ਨੂੰ ਅਸੀਂ 3 ਕੈਟਾਗਰੀ ਦੇ ਵਿੱਚ ਡਿਵਾਈਡ ਕਰਦੇ ਹਾਂ, ਕੌਨਸਟੈਂਟ, ਵੇਰੀਏਬਲ ਐਂਡ ਕੀਵਰਡਸ। ਕੀ ਹੁੰਦੇ ਨੇ ਕੌਨਸਟੈਂਟ, ਵੇਰੀਏਬਲ, ਕੀਵਰਡਸ ਪੜ੍ਹਦੇ ਹਾਂ। ਕੌਨਸਟੈਂਟ ਉਹ ਐਂਟੀਟੀ ਜਿਹੜੀ ਚੇਂਜ ਨਹੀਂ ਹੁੰਦੀ, ਵੇਰੀਏਬਲ ਜਿਹੜੀ ਚੇਂਜ ਹੋ ਸਕਦੀ ਹੈ, ਕੀਵਰਡਸ ਜਿਹਦਾ ਕੋਈ ਸਪੈਸ਼ਲ ਮਤਲਬ ਹੁੰਦਾ ਹੈ। ਇਹਨਾਂ ਤਿੰਨਾਂ ਨੂੰ ਅੱਗੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸਾਡੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਕਿਸੇ ਸੌਫਟਵੇਅਰ ਦੇ ਵਿੱਚ ਡੇਟਾ ਬਹੁਤ ਜ਼ਰੂਰੀ ਹੁੰਦਾ ਆ। ਅਸੀਂ ਬੈਂਕ ਦੇ ਵਿੱਚ ਨੰਬਰ ਆਫ ਟ੍ਰਾਂਜੈਕਸ਼ਨਸ ਕਰਦੇ ਹਾਂ, ਕਿਸ ਦੇ ਬੇਸ ਕਰਦੇ ਹਾਂ, ਉਸ ਡੇਟਾ 'ਤੇ ਬੇਸਡ ਕਰਦੇ ਹਾਂ। ਸਾਡਾ ਕੰਪਿਊਟਰ ਕੀ ਹੈ, ਇੱਕ ਇਲੈਕਟ੍ਰੋਨਿਕ ਡਿਵਾਈਸ ਹੈ, ਜਿਹੜਾ ਕਿ ਕੁਝ ਇਨਪੁਟ ਲੈਂਦਾ ਹੈ, ਉਹਨੂੰ ਪ੍ਰੋਸੈਸ ਕਰਦਾ ਅਤੇ ਆਊਟਪੁੱਟ ਦਿੰਦਾ ਹੈ। ਇਹ ਇਨਪੁੱਟ ਅਤੇ ਆਊਟਪੁੱਟ ਕੀ ਆ, ਡੇਟਾ ਨੇ। ਸੋ ਡੇਟਾ ਨੂੰ ਅਸੀਂ ਮੈਮਰੀ ਦੇ ਵਿੱਚ ਸਟੋਰ ਕਰਦੇ ਹਾਂ। ਮੈਮਰੀ ਨੂੰ ਅਸੀਂ ਡਿਵਾਈਡ ਕਰਦੇ ਹਾਂ ਸੈੱਲਸ ਦੇ ਵਿੱਚ। ਹਰ ਸੈੱਲ ਦਾ ਇੱਕ ਨੰਬਰ ਹੁੰਦਾ ਹੈ, ਜਿਹਨੂੰ ਅਸੀਂ ਮੈਮਰੀ ਐਡਰੈਸ ਕਹਿੰਦੇ ਹਾਂ। ਮੈਮਰੀ ਐਡਰੈਸ ਕੀ ਹੈ, ਇੱਕ ਪੋਜ਼ੀਟਿਵ ਇੰਟੀਜਰ ਨੰਬਰ ਹੁੰਦਾ ਆ। ਹੁਣ ਅਸੀਂ ਕਿਸੇ ਵੈਲਿਊ ਨੂੰ ਸਟੋਰ ਕਿਸੇ ਵੀ ਸੈੱਲ ਦੇ ਵਿੱਚ ਕਰ ਸਕਦੇ ਹਾਂ। ਸਪੋਜ਼ ਕਰੋ ਕਿ ਮੈਂ 50 ਨੂੰ ਸਟੋਰ ਕਰਨਾ ਆ, ਮੈਂ ਇਸ ਨੂੰ ਇੱਥੇ ਵੀ ਕਰ ਸਕਦਾ ਹਾਂ, ਇੱਥੇ ਵੀ ਸਟੋਰ ਕਰ ਸਕਦਾ, ਇੱਥੇ ਵੀ ਸਟੋਰ ਕਰ ਸਕਦਾ ਹਾਂ। ਸੋ ਜਿਹੜਾ 50 ਆ, ਇਹ ਕਿਸੇ ਵੀ ਮੈਮਰੀ ਸੈੱਲ ਦੇ ਵਿੱਚ ਸਟੋਰ ਹੋਣ ਤੋਂ ਬਾਅਦ 50 ਹੀ ਰਹੇਗਾ, ਚੇਂਜ ਨਹੀਂ ਹੋਏਗਾ। ਤਾਂ ਸਾਡਾ 50 ਸਾਡਾ ਕੀ ਆ, ਕੌਨਸਟੈਂਟ ਆ, ਜਿਹੜਾ ਕਿ ਚੇਂਜ ਨਹੀਂ ਹੁੰਦਾ। ਐਵੇਂ ਹੀ ਜੇ ਮੈਂ 100 ਸਟੋਰ ਕਰਨਾ ਆ, ਜਿੱਥੇ ਮਰਜ਼ੀ ਸਟੋਰ ਕਰ ਲਾਂ, 100 ਹੀ ਰਹੇਗਾ। ਐਵੇਂ ਹੀ ਕੋਈ ਅਲਫਾਬੈਟ ABCD ਸਟੋਰ ਕਰਨਾ ਆ, ਤਾਂ ਉਹ ਉਹੀ ਰਹੇਗਾ। ਜੇ ਮੈਂ A ਸਟੋਰ ਕਰਨੇ ਆ ਤਾਂ ਇੱਥੇ ਹੀ ਰਹੇਗਾ, ਤਾਂ A ਹੀ ਰਹੇਗਾ ਉਹ। ਹੁਣ ਕੁਐਸਚਨ ਇਹ ਹੈ ਕਿ ਮੈਂ ਕਿਸੇ ਵੀ ਸੈੱਲ ਵਿੱਚ ਸਟੋਰ ਕਰਨ ਤੋਂ ਬਾਅਦ ਉਸ ਕੌਨਸਟੈਂਟ ਨੂੰ ਦੁਬਾਰਾ ਐਕਸੈਸ ਕਿੱਦਾਂ ਕਰਨਾ, ਦੁਬਾਰਾ ਜੇ ਉਹਨੂੰ ਮੈਂ ਡਿਸਪਲੇ ਕਰਵਾਉਣਾ ਹੋਵੇ ਜਾਂ ਐਕਸੈਸ ਕਰਨਾ ਹੋਵੇ ਤਾਂ ਕਿੱਦਾਂ ਕਰਾਂਗਾ। ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਮੈਮਰੀ ਦੇ ਵਿੱਚ ਜਾ ਕੇ ਉਹਨੂੰ ਐਕਸੈਸ ਕਰ ਸਕੀਏ। ਸਾਨੂੰ ਕੀ ਕਰਨਾ ਪਏਗਾ ਕਿ ਜਿਸ ਮੈਮਰੀ ਸੈੱਲ ਦੇ ਵਿੱਚ, ਜਿਸ ਐਡਰੈਸ ਦੇ ਵਿੱਚ ਅਸੀਂ ਵੈਲਿਊ ਸਟੋਰ ਕਰਵਾਉਣੀ ਆ, ਉਹਨੂੰ ਇੱਕ ID ਦੇਣੀ ਪਏਗੀ ਜਾਂ ਉਹਨੂੰ ਨਾਮ ਦੇਣਾ ਪਏਗਾ। ਸੋ ਪਹਿਲਾਂ ਅਸੀਂ ਕੀ ਕਰਾਂਗੇ, ਇੱਕ ਮੈਮਰੀ ਸੈੱਲ ਨੂੰ ਕੋਈ ਨਾਮ ਦੇਵਾਂਗੇ, ਉਹਨੂੰ ਨਾਮ ਦੇਵਾਂਗੇ, ਠੀਕ ਹੈ। ਜਿਵੇਂ ਅਸੀਂ ਇਸ ਮੈਮਰੀ ਸੈੱਲ ਨੂੰ ਨਾਮ ਦੇ ਦਿੱਤਾ X, ਤਾਂ ਸਾਨੂੰ ਪਤਾ ਆ ਕਿ ਜਿਹੜਾ ਅਸੀਂ 50 ਇਨਸਰਟ ਕੀਤਾ, ਉਹ ਕਿਸ ਮੈਮਰੀ ਸੈੱਲ ਦੇ ਵਿੱਚ ਇਨਸਰਟ ਕੀਤਾ, ਜਿਹਦਾ ਨਾਮ ਕੀ ਆ, X। ਤਾਂ ਸਾਡਾ ਵੇਰੀਏਬਲ ਕੀ ਆ, ਨੇਮਡ ਮੈਮਰੀ ਲੋਕੇਸ਼ਨ ਆ। ਹੁਣ ਇਹ ਵੇਰੀਏਬਲ ਕਿਵੇਂ ਆ, ਹੁਣ ਇੱਕ ਟਾਈਮ 'ਤੇ ਇਸ ਮੈਮਰੀ ਲੋਕੇਸ਼ਨ ਜਿਹਨੂੰ ਅਸੀਂ ਨਾਮ ਦਿੱਤਾ ਹੋਇਆ X, ਉਹਦੇ ਵਿੱਚ 50 ਵੈਲਿਊ ਇਨਸਰਟ ਕੀਤੀ ਸੀਗੀ।
ਉਸ ਤੋਂ ਬਾਅਦ ਅਸੀਂ ਉਹ 'ਚ 100 ਇੰਸਰਟ ਕਰ ਸਕਦੇ ਹਾਂ। ਦੈਨ ਕੋਈ ਲੈਟਰ ਇੰਸਰਟ ਕਰ ਸਕਦੇ ਹਾਂ, ਕੈਪੀਟਲ ਇੰਸਰਟ ਕਰ ਸਕਦੇ ਹਾਂ, ਬੀ ਇੰਸਰਟ ਕਰ ਸਕਦੇ ਹਾਂ। ਮਤਲਬ ਇਹਦੇ ਵਿੱਚ ਜੋ ਵੈਲਿਊਜ਼ ਇੰਸਰਟ ਹੋ ਰਹੀਆਂ ਆ ਇੱਕ ਮੈਮਰੀ ਲੋਕੇਸ਼ਨ 'ਤੇ, ਜਿਹਨੂੰ ਅਸੀਂ ਨਾਮ ਦਿੱਤਾ ਹੋਇਆ ਐਕਸ, ਜੋ ਵੈਲਿਊਜ਼ ਇੰਸਰਟ ਹੋ ਰਹੀਆਂ ਆ ਉਹ ਚੇਂਜ ਹੋ ਰਹੀਆਂ ਨੇ, ਵੈਰੀ ਹੋ ਰਹੀਆਂ ਨੇ, ਤਾਂ ਅਸੀਂ ਇਹਨੂੰ ਵੇਰੀਏਬਲ ਕਹਾਂਗੇ। ਇੱਕ ਰੀਅਲ ਲਾਈਫ ਐਗਜ਼ਾਮਪਲ ਨਾਲ ਰਿਲੇਟ ਕਰੋ ਕਿ ਤੁਹਾਡੇ ਕੋਲ ਗਲਾਸ ਆ, ਤੁਸੀਂ ਗਲਾਸ ਦੇ ਵਿੱਚ ਟੀ ਪਾ ਸਕਦੇ ਹੋ, ਕੋਲਡ ਡਰਿੰਕ ਪਾ ਸਕਦੇ ਹੋ, ਪਾਣੀ ਪਾ ਸਕਦੇ ਹੋ, ਜੂਸ ਪਾ ਸਕਦੇ ਹੋ। ਸੋ ਸਾਡਾ ਗਲਾਸ ਕੀ ਆ, ਵੇਰੀਏਬਲ ਆ, ਮਤਲਬ ਉਹਦੇ ਵਿੱਚ ਕੁਝ ਵੀ ਪੈ ਸਕਦਾ ਆ। ਬਟ ਜੋ ਅਸੀਂ ਪਾ ਰਹੇ ਹਾਂ, ਚਾਹ, ਪਾਣੀ, ਕੋਲਡ ਡਰਿੰਕ, ਠੀਕ ਹੈ, ਇਹ ਕੀ ਨੇ, ਕੌਨਸਟੈਂਟ ਨੇ। ਪਾਣੀ ਪਾਣੀ ਹੀ ਰਹੇਗਾ, ਕੋਲਡ ਡਰਿੰਕ ਹੀ ਰਹੇਗੀ। ਤਾਂ ਸਾਡਾ ਮੈਮਰੀ ਐਡਰੈਸ ਕੀ ਹੈ, ਇੱਕ ਪੋਜ਼ੀਟਿਵ ਇੰਟੀਜਰ ਨੰਬਰ ਆ। ਵੇਰੀਏਬਲ ਕੀ ਆ, ਮੈਮਰੀ ਲੋਕੇਸ਼ਨ ਨੂੰ ਅਸੀਂ ਆਈਡੀ ਦੇ ਦਿੱਤੀ ਹੋਈ ਆ, ਨਾਮ ਦੇ ਦਿੱਤਾ ਹੋਇਆ। ਹੁਣ ਕੌਨਸਟੈਂਟ ਕਿੰਨੇ ਤਰ੍ਹਾਂ ਦੇ ਹੁੰਦੇ ਆ? ਪਹਿਲਾ ਹੋਏਗਾ ਇੰਟੀਜਰ ਕੌਨਸਟੈਂਟ। ਇੰਟੀਜਰ ਕੌਨਸਟੈਂਟ ਕਿਹੜੇ ਹੁੰਦੇ ਆ? ਜਿਹਦੇ ਵਿੱਚ ਡੈਸੀਮਲ ਨਾ ਹੋਵੇ, ਨੈਗੇਟਿਵ ਵੀ ਹੋ ਸਕਦੇ ਆ ਅਤੇ ਪੋਜ਼ੀਟਿਵ ਵੀ ਹੋ ਸਕਦੇ ਆ। ਉਹ ਨੰਬਰ ਜਿਹਦੇ ਵਿੱਚ ਡੈਸੀਮਲ ਜਾਂ ਵਟਿਆਂ ਵਾਲੀ ਵੈਲਿਊਜ਼ ਨਾ ਹੋਣ। ਦੈਨ ਰੀਅਲ ਕੌਨਸਟੈਂਟ ਕੀ ਹੁੰਦੇ ਆ? ਜਿਹਦੇ ਵਿੱਚ ਡੈਸੀਮਲ ਵੈਲਿਊਜ਼ ਹੁੰਦੀ ਆ, ਨੈਗੇਟਿਵ ਵੀ ਹੋ ਸਕਦੇ ਆ, ਪੋਜ਼ੀਟਿਵ ਵੀ ਹੋ ਸਕਦੇ ਆ। ਅਸੀਂ ਇਹਨੂੰ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। 3.2e-5 ਇਹਦਾ ਮਤਲਬ ਕੀ ਆ? 3.2 × 10⁻⁻5। ਕਰੈਕਟਰ ਕੌਨਸਟੈਂਟ ਕੀ ਹੁੰਦੇ ਆ? ਸਿੰਗਲ ਇਨਵਰਟਿਡ ਕੌਮਾ ਦੇ ਵਿੱਚ ਅਸੀਂ ਸਿਰਫ ਇੱਕ ਕਰੈਕਟਰ ਲਿਖ ਸਕਦੇ ਹਾਂ। ਕਰੈਕਟਰ ਲਿਖ ਸਕਦੇ ਹਾਂ ਅਪਰ ਕੇਸ, ਲੋਅਰ ਕੇਸ। ਦੈਨ ਅਸੀਂ ਕਿਸੇ ਡਿਜਿਟ ਨੂੰ ਵੀ ਸਿੰਗਲ ਇਨਵਰਟਿਡ ਕੌਮਾ ਦੇ ਵਿੱਚ ਲਿਖਾਂਗੇ ਤਾਂ ਸਾਡਾ ਕਰੈਕਟਰ ਬਣ ਜਾਏਗਾ। ਕਿਸੇ ਵੀ ਸਪੈਸ਼ਲ ਸਿੰਬਲ ਨੂੰ ਸਿੰਗਲ ਇਨਵਰਟਿਡ ਕੌਮਾ ਦੇ ਵਿੱਚ ਲਿਖਦੇ ਹਾਂ, ਸਾਡਾ ਕਰੈਕਟਰ ਬਣ ਜਾਂਦਾ ਹੈ। ਹੁਣ ਇਹਨਾਂ ਕੌਨਸਟੈਂਟ ਦੇ ਕੋਰਸਪੋਂਡਿੰਗ ਸਾਨੂੰ ਵੇਰੀਏਬਲ ਲੈਣੇ ਪੈਣਗੇ। A particular type of variable can hold only same type of constant। ਮਤਲਬ ਜੇ ਮੈਂ ਇੰਟੀਜਰ ਕੌਨਸਟੈਂਟ ਨੂੰ ਸਟੋਰ ਕਰਨਾ ਆ ਮੈਮਰੀ ਦੇ ਵਿੱਚ, ਤਾਂ ਮੈਨੂੰ ਉਸ ਜਿਹੜਾ ਮੈਮਰੀ ਨੂੰ ਮੈਂ ਨਾਮ ਦੇਣਾ ਆ, ਜਿਹੜਾ ਵੇਰੀਏਬਲ ਲੈਣਾ ਆ, ਉਹ ਮੈਨੂੰ ਇੰਟੀਜਰ ਟਾਈਪ ਦਾ ਲੈਣਾ ਪਏਗਾ। ਠੀਕ ਹੈ, ਐਵੇਂ ਹੀ ਰੀਅਲ ਕੌਨਸਟੈਂਟ ਲਈ ਮੈਨੂੰ ਰੀਅਲ ਵੇਰੀਏਬਲ ਲੈਣਾ ਪਏਗਾ, ਕਰੈਕਟਰ ਕੌਨਸਟੈਂਟ ਲਈ ਮੈਨੂੰ ਕਰੈਕਟਰ ਵੇਰੀਏਬਲ ਲੈਣਾ ਪਏਗਾ। ਨੈਕਸਟ ਟੌਪਿਕ, ਵੇਰੀਏਬਲ ਨੇਮ ਨੂੰ ਦੇਣ ਲਈ ਜਿਹੜੇ ਰੂਲਸ ਨੇ ਉਹ ਕੀ ਨੇ? ਨੰਬਰ 1, ਵੇਰੀਏਬਲ ਨੇਮ ਇਜ਼ ਕੰਬੀਨੇਸ਼ਨ ਆਫ 1 to 31 ਅਲਫਾਬੈਟਸ, ਡਿਜਿਟਸ ਐਂਡ ਅੰਡਰਸਕੋਰ। ਕੀ ਆ ਸਕਦਾ ਆ? ਅਲਫਾਬੈਟਸ ਸਮਾਲ ਅਤੇ ਕੈਪੀਟਲ ਦੋਨੋਂ ਹੀ, ਡਿਜਿਟਸ ਅਤੇ ਅੰਡਰਸਕੋਰ। ਸੈਕਿੰਡ, ਪਹਿਲਾ ਕਰੈਕਟਰ ਵੇਰੀਏਬਲ ਨੇਮ ਦਾ ਹਮੇਸ਼ਾ ਅਲਫਾਬੈਟ ਹੋਏਗਾ ਜਾਂ ਅੰਡਰਸਕੋਰ ਹੋਏਗਾ। ਕੌਮਾ ਅਤੇ ਬਲੈਂਕ ਅਲਾਉਡ ਨਹੀਂ ਹੈਗੇ। ਕੋਈ ਵੀ ਸਪੈਸ਼ਲ ਸਿੰਬਲ ਸਿਵਾਏ ਅੰਡਰਸਕੋਰ ਤੋਂ ਨਹੀਂ ਆ ਸਕਦਾ। ਹੁਣ ਵੀਡੀਓ ਪੌਜ਼ ਕਰਕੇ ਦੇਖਣਾ ਕਿ ਇਹ ਵੈਲਿਡ ਵੇਰੀਏਬਲ ਨੇਮ ਹੈ ਜਾਂ ਨਹੀਂ। ਰੋਲ ਨੰਬਰ ਇਹਦੇ ਵਿੱਚ ਕੀ ਨੇ? ਅਲਫਾਬੈਟਸ ਨੇ ਅਤੇ ਅੰਡਰਸਕੋਰ ਨੇ। ਸਟਾਰਟ ਕਿੱਥੋਂ ਹੋ ਰਿਹਾ ਆ? ਅਲਫਾਬੈਟ ਤੋਂ, ਜਿਹੜਾ ਕਿ ਵੈਲਿਡ ਆ। ਇਹਦੇ ਵਿੱਚ ਕੀ ਆ? ਅਲਫਾਬੈਟ ਅਤੇ ਡਿਜਿਟ ਆ, ਬਟ ਸਟਾਰਟ ਕਿੱਥੋਂ ਹੋ ਰਿਹਾ ਆ? ਡਿਜਿਟ ਤੋਂ। ਸਟਾਰਟ ਕਿੱਥੋਂ ਹੋਣਾ ਚਾਹੀਦਾ ਆ? ਅਲਫਾਬੈਟ ਅਤੇ ਅੰਡਰਸਕੋਰ ਤੋਂ। ਸੋ ਇਹ ਇਨਵੈਲਿਡ ਆ। ਐਵੇਂ ਹੀ ਫਸਟ ਨੇਮ ਇਹਦੇ ਵਿੱਚ ਕੀ ਆ? ਸਪੇਸ ਆ, ਜਿਹੜੀ ਕਿ ਅਲਾਉਡ ਨਹੀਂ ਹੈਗੀ। ਸੋ ਦਿਸ ਇਜ਼ ਇਨਵੈਲਿਡ। ਨੈਕਸਟ ABC ਅੰਡਰਸਕੋਰ 34, ਅਲਫਾਬੈਟਸ ਵੀ ਹੈ, ਅੰਡਰਸਕੋਰ ਵੀ ਹੈਗਾ ਆ ਅਤੇ ਡਿਜਿਟਸ ਵੀ ਨੇ। ਸਟਾਰਟ ਕਿੱਥੋਂ ਹੋ ਰਿਹਾ ਆ? ਅਲਫਾਬੈਟ ਤੋਂ। ਸੋ ਵੈਲਿਡ ਆ। ਡਾਲਰ ਸਿੰਬਲ ਯੂਜ਼ ਹੋਇਆ ਇਹਦੇ ਵਿੱਚ, ਜਿਹੜਾ ਕਿ ਅਲਾਉਡ ਨਹੀਂ ਹੈਗਾ। ਸੈਕਿੰਡਲੀ, ਸਟਾਰਟ ਕਿੱਥੋਂ ਕਰ ਰਹੇ ਹਾਂ ਆਪਾਂ? ਡਾਲਰ ਸਿੰਬਲ ਤੋਂ। ਤਾਂ 2 ਰੂਲ ਵਾਇਲੇਟ ਕਰਦਾ, ਜੇ ਇੱਕ ਵੀ ਵਾਇਲੇਟ ਕਰਦਾ ਤਾਂ ਹੀ ਇਨਵੈਲਿਡ ਆ। ਅੰਡਰਸਕੋਰ ਏਜ, ਸਟਾਰਟ ਕਿੱਥੋਂ ਹੋ ਰਿਹਾ ਆ? ਅੰਡਰਸਕੋਰ ਤੋਂ, ਜਿਹੜਾ ਕਿ ਕਰ ਸਕਦੇ ਹਾਂ। ਸੋ ਇਹ ਵੈਲਿਡ ਵੇਰੀਏਬਲ ਨੇਮ ਹੈ। ਨੈਕਸਟ, ਵੇਰੀਏਬਲ ਨੂੰ ਕਿੱਦਾਂ ਡਿਕਲੇਅਰ ਕਰਦੇ ਹਾਂ ਅਸੀਂ? ਵੇਰੀਏਬਲ ਨੂੰ ਡਿਕਲੇਅਰ ਕਰਨ ਦੇ ਨਾਲ ਸਾਨੂੰ ਉਸਦੀ ਟਾਈਪ ਦੱਸਣੀ ਪਏਗੀ। ਡੇਟਾ ਟਾਈਪ ਅਸੀਂ ਅਗਲੀ ਵੀਡੀਓ ਲੈਕਚਰ ਸੀਰੀਜ਼ ਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਾਂਗੇ। ਫਿਲਹਾਲ ਤੁਸੀਂ 3 ਹੀ ਸਮਝ ਲਓ, ਇੰਟੀਜਰ, ਰੀਅਲ ਅਤੇ ਕਰੈਕਟਰ। ਤਾਂ ਸਾਨੂੰ ਇਹ ਮੈਂਸ਼ਨ ਕਰਨਾ ਪਏਗਾ ਕਿ ਜਿਹੜਾ ਅਸੀਂ ਵੇਰੀਏਬਲ ਇੱਕ ਮੈਮਰੀ ਸੈੱਲ ਨੂੰ ਨੇਮ ਦੇ ਰਹੇ ਹਾਂ, ਉਸ ਮੈਮਰੀ ਸੈੱਲ ਦੇ ਵਿੱਚ ਕਿਸ ਟਾਈਪ ਦਾ ਡੇਟਾ ਸਟੋਰ ਕਰਾਂਗੇ। ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ? ਵੇਰੀਏਬਲ ਦਾ ਨੇਮ ਹੋਏਗਾ ਪ੍ਰੋਪਰ ਰੂਲਸ ਫੋਲੋ ਕਰਨ ਤੋਂ ਬਾਅਦ, ਅਤੇ ਉਹਦੀ ਡੇਟਾ ਟਾਈਪ ਕੀ ਆ ਸਾਨੂੰ ਨਾਲ ਮੈਂਸ਼ਨ ਕਰਨੀ ਪਏਗੀ। ਐਗਜ਼ਾਮਪਲ ਦੇਖਦੇ ਹਾਂ। ਮੈਂ ਇੱਥੇ ਇੱਕ ਰੋਲ ਨੰਬਰ ਲੈ ਲਿਆ ਵੇਰੀਏਬਲ ਨੇਮ। ਵੇਰੀਏਬਲ ਨੇਮ ਇਹ ਵੈਲਿਡ ਵੇਰੀਏਬਲ ਨੇਮ ਆ, ਬਟ ਇਹ ਇਨਕਰੈਕਟ ਸਟੇਟਮੈਂਟ ਆ। ਕਿਉਂਕਿ ਨਾਲ ਮੈਂ ਮੈਂਸ਼ਨ ਨਹੀਂ ਕੀਤਾ ਹੋਇਆ ਕਿ ਰੋਲ ਨੰਬਰ ਕਿਸ ਟਾਈਪ ਦਾ ਡੇਟਾ ਸਟੋਰ ਕਰੇਗਾ, ਇਹਦੀ ਡੇਟਾ ਟਾਈਪ ਕੀ ਹੋਏਗੀ। ਨੈਕਸਟ, ਮੈਂ ਏਜ ਅਤੇ ਮਾਰਕਸ 2 ਵੇਰੀਏਬਲ ਲਏ ਆ, ਅਸੀਂ ਇੱਦਾਂ ਇਕੱਠੇ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਇਹਨਾਂ ਦਾ ਡੇਟਾ ਟਾਈਪ ਕੀ ਆ? ਇੰਟੀਜਰ। ਇੰਟੀਜਰ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ INT ਨਾਲ। ਮਤਲਬ ਕੀ ਆ? INT ਲਿਖਣ ਤੋਂ ਬਾਅਦ ਮੈਂ ਕੌਮਾਸ ਪਾ ਕੇ ਜਿੰਨੇ ਮਰਜ਼ੀ ਵੇਰੀਏਬਲ ਇੱਕੋ ਲਾਈਨ ਦੇ ਵਿੱਚ
ਡਿਕਲੇਅਰ ਕਰ ਸਕਦਾ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਡੈਕਲੇਰੇਸ਼ਨ। ਐਵੇਂ ਹੀ ਫਲੋਟ ਵੀ ਆ। ਫਲੋਟ ਕੀ ਆ? ਇੱਕ ਰੀਅਲ ਟਾਈਪ ਦਾ ਵੇਰੀਏਬਲ ਆ ਜਿਹਦੇ ਵਿੱਚ ਅਸੀਂ ਡੈਸੀਮਲ ਵੈਲਿਊ ਸਟੋਰ ਕਰ ਸਕਦੇ ਹਾਂ। ਅਸੀਂ ਇਹਦੇ 'ਚ ਪਾਈ ਦੀ ਵੈਲਿਊ ਸਟੋਰ ਕਰਵਾ ਰਹੇ ਹਾਂ। ਕੈਰ ਕੀ ਆ? ਕਰੈਕਟਰ ਟਾਈਪ ਵੇਰੀਏਬਲ, ਮਤਲਬ ਇਹਦੇ ਵਿੱਚ ਅਸੀਂ ਅਲਫਾਬੈਟ ਸਟੋਰ ਕਰ ਸਕਦੇ ਹਾਂ। ਸਿੰਗਲ ਕੋਟਡ ਦੀ ਫਾਰਮ ਦੇ ਵਿੱਚ ਅਸੀਂ ਕੌਂਸਟੈਂਟ ਸਟੋਰ ਕਰ ਸਕਦੇ ਹਾਂ। ਸੈਕੰਡ ਰੂਲ ਕੀ ਆ ਕਿ ਕਿਸੇ ਵੀ ਵੇਰੀਏਬਲ ਨੂੰ ਯੂਜ਼ ਕਰਨ ਤੋਂ ਪਹਿਲਾਂ ਉਹਦਾ ਡਿਕਲੇਅਰ ਹੋਣਾ ਲਾਜ਼ਮੀ ਹੈ। ਇਹਦਾ ਮਤਲਬ ਕੀ ਹੋਇਆ? ਇੱਥੇ ਮੈਂ ਕੀ ਕਰ ਰਿਹਾ ਹਾਂ, ਇੱਕ ਵੇਰੀਏਬਲ ਮੇਰੇ ਕੋਲ A ਹੈ, ਉਹਨੂੰ ਮੈਂ ਵੈਲਿਊ ਅਸਾਈਨ ਕਰ ਰਿਹਾ। ਇਕੁਅਲ ਟੂ ਦਾ ਮਤਲਬ ਕੀ ਆ? 20 ਵੈਲਿਊ ਮੈਂ A ਦੇ ਵਿੱਚ ਪਾ ਰਿਹਾ ਹਾਂ। ਮਤਲਬ ਉਹ ਮੈਮਰੀ ਸੈੱਲ ਜਿਹਨੂੰ ਮੈਂ A ਨਾਮ ਦਿੱਤਾ ਹੋਇਆ ਉੱਥੇ ਮੈਂ 20 ਵੈਲਿਊ ਇਨਸਰਟ ਕਰ ਰਿਹਾ ਹਾਂ। ਬਟ ਇਸ ਲਾਈਨ ਤੋਂ ਪਹਿਲਾਂ A ਨੂੰ ਡਿਕਲੇਅਰ ਕੀਤਾ ਹੋਣਾ ਜ਼ਰੂਰੀ ਹੈ। ਡਿਕਲੇਅਰ ਦਾ ਮਤਲਬ A ਲਿਖਿਆ ਹੋਣਾ ਚਾਹੀਦਾ ਹੈ ਅਤੇ ਨਾਲ ਉਹਦੀ ਡੇਟਾ ਟਾਈਪ ਲਿਖੀ ਹੋਣੀ ਚਾਹੀਦੀ ਆ। ਸੋ ਇੱਥੇ ਕੀ ਕਰ ਰਹੇ ਹਾਂ, ਅਸੀਂ ਪਹਿਲਾਂ ਯੂਜ਼ ਕਰ ਰਹੇ ਹਾਂ ਫਿਰ ਡਿਕਲੇਅਰ ਕਰ ਰਹੇ ਹਾਂ, ਜਿਹੜਾ ਕਿ ਗਲਤ ਆ। ਸੋ ਸਹੀ ਫਾਰਮ ਕੀ ਹੋਏਗੀ? ਪਹਿਲਾਂ ਮੈਂ ਡਿਕਲੇਅਰ ਕਰਾਂ, ਉਸ ਤੋਂ ਬਾਅਦ ਉਸ ਨੂੰ ਯੂਜ਼ ਕਰਾਂ। ਸੀ ਦੇ ਵਿੱਚ ਕੀ ਹੁੰਦਾ ਆ? ਅਸੀਂ ਟੌਪ ਟੂ ਬਾਟਮ ਸਾਡਾ ਜਿਹੜੀ ਕੰਪਾਈਲੇਸ਼ਨ ਹੁੰਦੀ ਆ। ਨੈਕਸਟ ਕੀਵਰਡਸ। ਕੀਵਰਡਸ ਆਰ ਪ੍ਰੀ-ਡਿਫਾਈਨਡ ਰਿਜ਼ਰਵ ਵਰਡਸ used in programming that have special meaning to the compiler। ਪ੍ਰੀ-ਡਿਫਾਈਨਡ ਮਤਲਬ ਇਹਨਾਂ ਦਾ ਪਹਿਲਾਂ ਤੋਂ ਹੀ ਮੀਨਿੰਗ ਡਿਫਾਈਨਡ ਹੈ। ਰਿਜ਼ਰਵਡ ਮਤਲਬ ਅਸੀਂ ਇਹਨਾਂ ਨੂੰ ਐਜ਼ ਏ ਵੇਰੀਏਬਲ ਨੇਮ ਯੂਜ਼ ਨਹੀਂ ਕਰ ਸਕਦੇ। ਇਹਨਾਂ ਦਾ ਸਪੈਸ਼ਲ ਮਤਲਬ ਹੁੰਦਾ ਆ ਕੰਪਾਈਲਰ ਦੇ ਲਈ, ਕੰਪਾਈਲਰ ਨੂੰ ਡਾਇਰੈਕਟ ਕਰਦੀ ਆ ਕੁਝ ਸਪੈਸ਼ਲ ਮੀਨਿੰਗ। ਐਗਜ਼ਾਮਪਲ ਨਾਲ ਸਮਝਦੇ ਹਾਂ। INT ਇੰਟੀਜਰ ਹੈ। INT ਕੀ ਆ? ਸਾਡਾ ਇੱਕ ਕੀਵਰਡ ਹੈ। ਕੀਵਰਡ ਦਾ ਮਤਲਬ ਕਿ ਇਹ ਦੱਸਦਾ ਆ ਕਿ ਜੋ ਅੱਗੇ ਵੇਰੀਏਬਲ ਨੇਮ ਲਿਖਿਆ ਹੋਇਆ ਹੈ ਡੈਟ ਇਜ਼ ਆਫ ਟਾਈਪ INT ਮਤਲਬ ਇੰਟੀਜਰ। ਕੰਪਾਈਲਰ ਨੂੰ ਇੱਥੋਂ ਪਤਾ ਲੱਗ ਜਾਏਗਾ ਕਿ ਜਿਹੜਾ ਅੱਗੇ ਵੇਰੀਏਬਲ ਨੇਮ ਲਿਖਿਆ ਹੋਇਆ ਹੈ ਉਹ ਕਿਸ ਟਾਈਪ ਦਾ ਹੈ, ਇੰਟੀਜਰ ਟਾਈਪ ਦਾ ਹੈ। C ਇੱਕ ਕੇਸ ਸੈਂਸਿਟਿਵ ਲੈਂਗੁਏਜ ਹੈ, ਮਤਲਬ ਅਪਰ ਕੇਸ ਅਤੇ ਸਮਾਲ ਕੇਸ ਦੋ ਡਿਫਰੈਂਟ ਚੀਜ਼ਾਂ ਨੇ। ਸਾਰੇ ਕੀਵਰਡਸ ਜਿਹੜੇ ਆ ਅਸੀਂ ਲੋਅਰ ਕੇਸ ਦੇ ਵਿੱਚ ਲਿਖਦੇ ਹਾਂ। ਐਗਜ਼ਾਮਪਲਸ ਨੇ ਕੀਵਰਡਸ ਦੀਆਂ ਸ਼ਾਰਟ, ਲੌਂਗ, ਕਰੈਕਟਰ, ਸਾਈਨਡ, ਅਨਸਾਈਨਡ। ਇਹ ਸਾਰਾ ਅਸੀਂ ਅੱਗੇ ਜਿੱਦਾਂ ਜਿੱਦਾਂ ਲੈਂਗੁਏਜ ਸਿੱਖਦੇ ਜਾਵਾਂਗੇ, ਪੜ੍ਹਦੇ ਜਾਵਾਂਗੇ। ਸੋ ਥੈਂਕ ਯੂ ਸਟੂਡੈਂਟਸ।